बेशुमार अथाह अगनत अतुल्य ज्यों बुलावो त्यों नानक दास बोले। जो हमरी बिद होती मेरे सतगुरा साबिद तुम हर जानो आपे। हम रुलते फिरते कोई बात ना पूछता। गुर सत गुर संग कीरे हम थापे। तन तन गुरु नानक जन केरा जित मिलिया चुकै सब सोग संतापै। प्यार शरदा अदब सहत ਸਰਬੰਸ ਸਦਾਨੀ ਪਿਤਾ ਸਾਹਿਬੇ ਕਮਾਲ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਅਪਾਰ ਕਿਰਪਾ ਹੈ। ਧੰਨ ਧੰਨ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਬਰ ਛਤਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਸੁਖ ਦਾਤੇ ਕੁੱਲ ਮਨੁੱਖਤਾ ਦੇ ਸਰਬ ਸਾਂਝੇ ਰਹਿਬਰ ਵਾਲੀਏ ਦੋ ਜਹਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਗੁਰਬਾਣੀ ਦੇ ਮਨੋਰ ਸ਼ਬਦ ਕੀਰਤਨ ਆਪ ਜੀ ਨੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਸਰਵਣ ਕੀਤੇ ਨੇ। ਆਸਾ ਦੀ ਵਾਰ ਦੇ ਸ਼ਬਦ ਕੀਰਤਨ ਤੋਂ ਉਪਰੰਤ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਪਾਸੋਂ ਲੜੀ ਦੇ ਅੰਦਰ ਜਿਸ ਸ਼ਬਦ ਦੀ ਵਿਚਾਰ ਅੱਜ ਕੀਤੀ ਜਾਣੀ ਹੈ ਉਸ ਦਾ ਮੂਲ ਪਾਠ ਸਰਵਣ ਕੀਤਾ ਹੈ। ਨਾਲ ਹੀ ਬੜੇ ਪ੍ਰੇਮ ਦੇ ਨਾਲ ਸੰਗਤ ਨੂੰ ਅਪੀਲ ਕੀਤੀ ਹੈ ਆਪਣੀ ਮਾਇਆ ਦਸਵੰਧ ਪੀੜਤਾਂ ਦੇ ਵਾਸਤੇ ਵੀ ਸੇਵਾ ਦੇ ਕਾਰਜਾਂ ਦੇ ਵਿੱਚ ਵੀ ਆਪ ਜੀ ਦਿਓ। ਇਹ ਹਰ ਇੱਕ ਦਾ ਫਰਜ਼ ਬਣਦਾ ਹੈ। ਗੁਰੂ ਸਾਹਿਬ ਕਿਰਪਾ ਕਰਨ। ਆਓ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨਾਲ ਜੁੜਦੇ ਹੋਏ ਕਰੋ ਰਸਨਾ ਪਵਿੱਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 176 ਦੇ ਉੱਪਰ ਗੌੜੀ ਰਾਗ ਦੇ ਅੰਦਰ ਜੋ ਗੌੜੀ ਦੀ ਪ੍ਰਕਾਰ ਗੌੜੀ ਗੁਆਰੇਰੀ ਮਹਿਲਾ ਪੰਜਵਾਂ
ਪੰਜਵੇਂ ਪਾਤਸ਼ਾਹ ਸ਼ਹੀਦ ਸ਼੍ਰੋਮਣੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਨੇ ਪਹਿਲੀਆਂ ਪੰਕਤੀਆਂ ਦੇ ਵਿੱਚ ਭਰਮ ਤੇ ਭਟਕਣਾ ਦਾ ਇਜ਼ਹਾਰ ਕੀਤਾ ਹੈ। ਰਹਾਉ ਦੀ ਪੰਕਤੀ ਨੂੰ ਪੜ੍ਹ ਕੇ ਵਿਚਾਰ ਕਰਕੇ ਇਉਂ ਮਹਿਸੂਸ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਸਾਡੀ ਕਿਸੇ ਐਸੀ ਰੋਗ ਤੋਂ, ਐਸੀ ਬਿਮਾਰੀ ਤੋਂ ਰੱਖਿਆ ਦੀ ਗੱਲ ਕਰ ਰਹੇ ਨੇ ਜਿਹੜੀ ਬੜੀ ਡਾਢੀ ਹੈ। ਸਰੀਰ ਨੂੰ ਅਸੀਂ, ਵਾਹਿਗੁਰੂ ਨੇ ਸਾਨੂੰ ਸੋਝੀ ਇੰਦਰੇ ਜੋ ਵੀ ਦਿੱਤਾ ਹੈ ਮਾਲਕ ਨੇ, ਅਸੀਂ ਕਿਤੇ ਜਾਂਦੇ ਹਾਂ, ਆਉਂਦੇ ਹਾਂ, ਬੜਾ ਧਿਆਨ ਰੱਖਦੇ ਹਾਂ, ਕਿਸੇ ਸਾਧਨ ਤੇ ਆਉਂਦਿਆਂ ਜਾਂਦਿਆਂ ਵੀ ਧਿਆਨ ਰੱਖਦੇ ਹਾਂ। ਸਰੀਰਾਂ ਦਾ ਜਿਹੜਾ ਬਿਨਸਨਾ ਰੱਖਣਾ ਜਿਹੜਾ ਹੈ ਉਹ ਇੱਕ ਅਲੱਗ ਬਾਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਬਹੁਤਾ ਜ਼ੋਰ ਜਿਹੜਾ ਹੈ ਆਤਮਿਕ ਜੀਵਨ ਦੀ ਰੱਖਿਆ ਦੇ ਉੱਪਰ ਦਿੱਤਾ ਗਿਆ ਹੈ। ਇਹ ਬਹੁਤ ਵਿਰਲੇ ਨੇ ਜਿਨ੍ਹਾਂ ਦਾ ਬਚਦਾ ਹੈ, ਜਿਨ੍ਹਾਂ ਦਾ ਸਾਬਤ ਰਹਿੰਦਾ ਹੈ। ਇੱਕ ਤਾਂ ਗੁਰੂ ਸਾਹਿਬ ਜੀ ਨੇ ਰਹਾਉ ਦੀ ਪੰਕਤੀ ਦੇ ਵਿੱਚ ਇਹ ਸਾਨੂੰ ਸਮਝਾਇਆ ਹੈ, ਆਤਮਿਕ ਅਵਸਥਾ ਦਾ ਜ਼ਿਕਰ ਹੈ ਔਰ ਕਿਵੇਂ ਆਤਮਾ, ਹਿਰਦਾ ਅੰਦਰ ਦੀ ਅਵਸਥਾ ਜਿਹੜੀ ਹੈ ਉਹ ਉੱਚੀ ਹੁੰਦੀ ਹੈ। ਇਸ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ। ਆਓ ਪਹਿਲਾਂ ਰਹਾਉ ਦੀਆਂ ਪੰਕਤੀਆਂ ਨੂੰ ਲੈਂਦੇ ਹਾਂ। ਗੁਰੂ ਸਾਹਿਬ ਸਾਡੇ ਤੇ ਕੀ ਕਿਰਪਾ ਕਰਦੇ ਨੇ। ਪੰਕਤੀਆਂ ਨੇ, ਜਿਸ ਰਾਖੈ ਆਪ ਰਾਮ ਦਿਆਰਾ, ਤਿਸ ਨਹੀਂ ਦੂਜਾ ਕੋ ਪਹੁੰਚਨ ਹਾਰਾ। ਮਹਾਰਾਜ ਕਹਿੰਦੇ ਨੇ ਜਿਹਨੂੰ ਆਪ ਮਾਲਕ ਰੱਖਦਾ ਹੈ, ਰਮਿਆ ਹੋਇਆ, ਰਾਮ ਦਿਆਰਾ। ਦਿਆਰਾ ਦਾ ਮਤਲਬ ਹੈ ਦਿਆਲੂ, ਦਇਆ ਦਾ ਘਰ। ਦਿਆਲੂ ਵਾਹਿਗੁਰੂ ਜਿਹਦੀ ਰੱਖਿਆ ਕਰਦਾ ਹੈ, ਜਿਹਨੂੰ ਰੱਖਦਾ ਹੈ, ਉਹੀ ਵਿਸ਼ਿਆਂ, ਵਿਕਾਰਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ ਆਦਿ ਤੋਂ ਬਚਦਾ ਹੈ, ਜਿਹਨੂੰ ਰੱਖੇ। ਨਹੀਂ ਤੇ ਇਸ ਵਹਿਣ ਦੇ ਵਿੱਚ ਦੁਨੀਆ ਵਹਿੰਦੀ ਜਾ ਰਹੀ ਹੈ। ਕੋਈ ਵਿਰਲਾ ਹੀ ਸਾਬਤ ਰਹਿੰਦਾ ਹੈ, ਵਿਰਲਾ ਹੀ ਬਚਦਾ ਹੈ ਜਿਹੜਾ ਉਹਦੀ ਸ਼ਰਨ ਪੈ ਜਾਂਦਾ ਹੈ। ਜਿਹੜਾ ਉਹਦੀ ਸ਼ਰਨ ਨਹੀਂ ਪੈਂਦਾ, ਜਿਹਨੂੰ ਦਰਸ਼ਨ ਪ੍ਰਾਪਤ ਨਹੀਂ ਹੁੰਦੇ, ਉਸ ਦਾ ਜੀਵਨ ਅਜਾਈਂ ਹੀ ਵਿਅਰਥ ਚਲਿਆ ਜਾਂਦਾ ਹੈ। ਆਤਮਿਕ ਮੌਤ ਜਿਹੜੀ ਹੈ ਉਹਦੇ ਜੀਵਨ ਵਿੱਚ ਆਉਂਦੀ ਹੈ। ਆਤਮਿਕ ਜੀਵਨ ਵੱਲੋਂ ਉਹ ਮਰਿਆਂ ਦੀ ਤਰ੍ਹਾਂ ਹੀ ਹੁੰਦਾ ਹੈ। ਕਿਉਂਕਿ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਜਿਉਂਦਾ ਬੰਦਾ ਉਹ ਹੈ ਜਿਹਦੇ ਮਨ ਵਿੱਚ ਉਹ ਵਸ ਗਿਆ। ਨਾਨਕ ਅਵਰ ਨਾ ਜੀਵੇ ਕੋਏ। ਬਾਕੀਆਂ ਦੀ ਗਿਣਤੀ ਜਿਉਂਦਿਆਂ ਦੇ ਵਿੱਚ ਨਹੀਂ ਹੁੰਦੀ। ਚੱਲਦੀਆਂ ਫਿਰਦੀਆਂ, ਸਾਹ ਲੈਂਦੀਆਂ ਲਾਸ਼ਾਂ ਕਹਿ ਸਕਦੇ ਹਾਂ, ਜਿਨ੍ਹਾਂ ਦੇ ਜੀਵਨ ਦੇ ਵਿੱਚ ਦਇਆ ਨਹੀਂ, ਨਿਮਰਤਾ ਨਹੀਂ, ਹਲੀਮੀ ਨਹੀਂ, ਪਰ ਉਪਕਾਰ, ਪੁਰਸ਼ਾਰਥ ਦੀ ਭਾਵਨਾ ਨਹੀਂ, ਦੂਜਿਆਂ ਦੇ ਪ੍ਰਤੀ ਸੰਵੇਦਨਸ਼ੀਲਤਾ ਨਹੀਂ, ਦੂਜਿਆਂ ਦਾ ਦੁੱਖ ਦਰਦ ਸਮਝਣ ਵੰਡਾਉਣ ਦੀ ਭਾਵਨਾ ਨਹੀਂ ਹੈ।
समझ लो कि वो बंदा जिहड़ा है मोयां की तरह ही, मुर्दियां की तरह ही है। भाई वीर सिंह होरां दा मैं पढ़ रहा सी कि बार बार गुरु साहब जी के दर्शनां का जिक्र किया है। उन्होंने एक थां ते लिखिया कि दर्शन का मतलब कोई तस्वीर जां किसी मूर्ति नूं देखना नहीं है। श्री गुरु ग्रंथ साहिब जी दे विच गुरु दे दर्शन, प्रभु दे दर्शनां दा जिक्र बार बार किया गया है। इनू समझण दी बहुत ज़रूरत है अज, क्योंकि इन्हां पंक्तियां नूं लै करके असीं अज दे सोशल मीडिया दे विच WhatsApp जां होर इहो जी थावां दे उपर देखदे हां कि एक क्लिप चल रही है, उहदे उपर कोई रोडा पोडा जिहा, कोई सिर मुन्निया जिहा कोई व्यक्ति है, उहदे पिछे सतगुर दर्शन देख जीवा गुर तेरा, ये गुरबाणी का शब्द चल रहा है। इसी तरह होर भी एक मैं रेफरेंस दे रहा हाँ, बड़े ने, बहुत सारे ने ऐसे गुरबाणी के शब्दां नूं अपनी मर्जी दे नाल उत्थे वरत करके ते इउं प्रभाव दिता जाता कि आ जिहड़ी तुसीं फोटो वेख रहे हो ना, इहदे दर्शनां दे नाल ही सारा कुछ होना है, इहदे नाल ही दुख दूर होने ने, ते इहदे नाल ही जिहड़ा है मुरादां पूरीआं होणीआं ने, कामनावां पूरीआं होणीआं ने। कईआं ने उहदी फोटो नूं सजा करके कुर्सी दे उपर रखिया हुंदा है, कईआं ने ਉਹ ਜੁੱਤੀਆਂ ਉਹਨਾਂ ਦੀਆਂ ਰੱਖੀਆਂ ਹੁੰਦੀਆਂ ਨੇ, ਕੁਛ ਵੀ ਜੋ ਵੀ ਨੇ, ਕੁਛ ਵੀ ਜੋ ਵੀ ਪਤਾ ਨਹੀਂ ਕਿਸ ਪਾਸੇ ਨੂੰ ਲੁਕਾਈ ਤੁਰ ਪਈ ਹੈ, ਚੱਲ ਪਈ ਹੈ। ਦੁੱਖ ਨਾ ਉਦੋਂ ਹੁੰਦਾ ਹੈ ਜੋ ਮਰਜ਼ੀ ਕੋਈ ਕਰੇ, ਦੁੱਖ ਉਦੋਂ ਹੁੰਦਾ ਹੈ ਜਦੋਂ ਇੱਕ ਗੁਰਸਿੱਖ ਘਰਾਣੇ ਦਾ ਪਰਿਵਾਰ ਜਿਹੜਾ ਹੈ, ਗੁਰਸਿੱਖਾਂ ਨਾਲ ਸੰਬੰਧਿਤ ਜਿਹੜਾ ਹੈ, ਉਹ ਇੱਦਾਂ ਦੇ ਅੰਧ ਭਗਤੀ ਵਾਲੇ, ਅੰਧ ਵਿਸ਼ਵਾਸ ਵਾਲੇ ਜਿਹੜੇ ਨੇ ਉਹ ਕਰਮ ਕਰਦਾ ਹੈ। ਫਿਰ ਬੜੀ ਤਕਲੀਫ ਹੁੰਦੀ ਹੈ ਵੀ ਇਹ ਕਿਹੜੇ ਪਾਸੇ ਤੁਰ ਪਏ। ਔਰ ਖਾਸ ਕਰਕੇ ਦੇਖਣ ਦੇ ਵਿੱਚ ਆਉਂਦਾ ਹੈ ਕਿ ਉਹੀ ਫੈਮਲੀਆਂ, ਪਰਿਵਾਰ ਹੁੰਦੇ ਨੇ ਜ਼ਿਆਦਾਤਰ ਜਿਹੜੇ ਗੁਰਬਾਣੀ ਦੀ ਵਿਚਾਰ ਵਾਲੇ ਪਾਸੇ ਨਹੀਂ ਤੁਰਦੇ। एक गल याद रखियो, जेड़ी पंक्ति असी पढ़ते हैं ना, लोग जाने जे गीत है, एह तो ब्रह्म विचार। लोकी इनू गीत ही समझते ने, तां ही ते हर फोटो दे पिछे चला लिया, किसे मर्जी जिथे मर्जी चला लिया, क्योंकि किहड़ा मना करना है किसी ने। हुण मतलब उहदा पता कोई नहीं है, उहदे अर्थां दा कोई पता नहीं है, कोई सोझी नहीं है, कर्म कांड करने ने। इहो जे अंध विश्वासां दे विच, भरम दे विच पै करके अनेक बंदे जिहड़े ने ओह कुराहे पए होए ने। ओह क्यों? ਉਹਦਾ ਕਾਰਨ ਜਿਹੜਾ ਹੈ ਇਹ ਹੈ ਕਿ ਅਸੀਂ ਇਸ ਨੂੰ ਸਿਰਫ ਗੀਤ ਹੀ ਸਮਝ ਲਿਆ, ਐਂਟਰਟੇਨਮੈਂਟ ਦਾ ਸਾਧਨ ਹੀ ਸਮਝ ਲਿਆ। ਇਸੇ ਕਰਕੇ ਜਗਰਾਤਿਆਂ ਦੀ ਤਰ੍ਹਾਂ ਹੁਣ ਕੀਰਤਨ ਦਰਬਾਰ ਹੋਣ ਲੱਗ ਪਏ। ਕਦੀ ਦੇਖਿਆ 10 ਰਾਗੀ ਜਥੇ ਹੋਣਗੇ ਤੇ ਇੱਕ ਵੀ ਕਥਾਵਾਚਕ ਦਾ ਜ਼ਿਕਰ ਜੇ ਹੋਵੇਗਾ ਤੇ 10 ਮਿੰਟ, ਉਹ 10 ਮਿੰਟਾਂ ਦੇ ਵਿੱਚ ਕਿਹੜੀ ਵਿਚਾਰ ਉਹ ਦੇ ਦੇਵੇਗਾ ਭਲਾ ਦੱਸੋ। ਇੱਦਾਂ ਚੱਲ ਪਿਆ, ਟ੍ਰੈਂਡ ਚੱਲ ਪਿਆ। ਜਿਹੜੇ ਛਾਏ ਨੇ, ਜਿਹੜੇ ਟੀਵੀ ਦੇ ਵਿੱਚ ਦਿਸਦੇ ਨੇ, ਉਹਨਾਂ ਨੂੰ ਬੁਲਾਉਣਾ ਹੈ। ਮੈਂ ਤੇ ਕਈ ਵਾਰ ਹੈਰਾਨ ਹੁੰਨਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਹਰ ਇੱਕ ਛੋਟੀ ਤੋਂ ਛੋਟੀ ਸਿੰਘ ਸਭਾ ਤੇ ਛੋਟੇ ਤੋਂ ਛੋਟਾ ਵੀ, ਚਲੋ ਗੁਰੂ ਘਰ ਜਿਹੜਾ ਹੈ ਕਿਤੇ ਵੀ ਹੈ, ਉਹ ਛੋਟਾ ਨਹੀਂ ਹੈ, ਪਰ ਏਰੀਏ ਦੇ ਹਿਸਾਬ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਤੇ ਹਰ ਇੱਕ ਚਾਹੁੰਦਾ ਹੈ ਕਿ ਮੈਂ ਗਿਆਨੀ ਪਿੰਦਰਪਾਲ ਸਿੰਘ ਨੂੰ ਹੀ ਕਥਾ ਵਾਸਤੇ ਬੁਲਾਉਣਾ ਹੈ, ਮੈਂ ਭਾਈ ਲਖਵਿੰਦਰ ਸਿੰਘ ਦਰਬਾਰ ਸਾਹਿਬ ਵਾਲਿਆਂ ਨੂੰ ਹੀ ਉਚੇਚੇ। ਖੈਰ ਮੈਂ ਇਹ ਨਾਮ ਮਾਫ ਕਰਨਾ, ਮੈਨੂੰ ਕੋਈ ਬੜੇ ਅੱਛੇ ਕੀਰਤਨੀਏ ਤੇ ਵਿਦਵਾਨ ਨੇ, ਪਰ ਹਰ ਬੰਦਾ ਉਹ ਬਾਕੀ ਜਿਹੜੇ ਵਿਦਵਾਨ, ਬਾਕੀ ਜਿਹੜੇ ਕੀਰਤਨੀਏ ਨੇ ਉਹ ਕਿੱਥੇ ਰੱਖਣੇ ਨੇ?
हर एक दी इक्को ही बस है, बस वो चाहिदा है जी। गुरबाणी दी विचार, शब्द दी विचार, गुरमत दी विचार, ਇਹਦਾ ਜਿਹੜਾ है ये पिछे पैंदा जा रहा है। समझ नहीं आ रही कि ये किस पासे नूं टुर पिया है, तो फिर वो चलाउण क्यों ना। वो इदां चलदियां ने ते ਉਹ ਇਉਂ ਪ੍ਰਭਾਵ ਜਿਹੜਾ ਹੈ ਦਿੱਤਾ ਜਾਂਦਾ ਹੈ ਕਿ ਇਹ ਆ ਵਿਅਕਤੀ ਜਿਹੜਾ ਹੈ ਆ ਇਹਦੇ ਦਰਸ਼ਨ ਕਰਨ ਦੇ ਨਾਲ, ਇਹਨੂੰ ਦੇਖਣ ਦੇ ਨਾਲ ਹੀ ਸਾਰਾ ਕੁਝ ਹੋ ਜਾਣਾ ਹੈ। ਉਹਦਾ ਕਾਰਨ ਸਿਰਫ ਇਹੀ ਹੈ ਕਿ ਸਾਡਾ ਜਿਹੜਾ ਪ੍ਰੈਜੈਂਟੇਸ਼ਨ ਦਾ ਕਹਿ ਲਓ ਜਾਂ ਪ੍ਰਸਤੁਤੀ ਦਾ, ਪੇਸ਼ਕਾਰੀ ਦਾ ਜਿਹੜਾ ਢੰਗ ਤਰੀਕਾ ਹੈ ਉਹ ਠੀਕ ਨਹੀਂ ਹੈ, ਇੱਕ ਪਾਸੜ ਹੀ ਹੈ। ਜੇ ਸਹੀ ਢੰਗ ਦੇ ਨਾਲ ਇਸ ਚੈਨਲ ਤੋਂ, ਗੁਰਦੁਆਰਾ ਚੈਨਲ ਹੈ ਇੱਕ ਗੁਰਮਤ ਪ੍ਰਚਾਰ ਦਾ, ਜੇ ਉਹਦੇ ਤੋਂ ਸਹੀ ਢੰਗ ਦੇ ਨਾਲ ਪ੍ਰਚਾਰ ਹੋਵੇ, ਇੱਕ ਕੀਰਤਨੀ ਜਥਾ ਹੋਵੇ, ਕੋਈ ਵੀ ਹੋਵੇ, ਪਹਿਲੀ ਗੱਲ ਤੇ ਸਾਨੂੰ ਇਹ ਜਿਹੜੀ ਹੈ ਇਹ ਮੰਨ ਲੈਣੀ ਚਾਹੀਦੀ ਹੈ ਕਿ ਅਸੀਂ ਗੁਰਬਾਣੀ ਸੁਣਨੀ ਏ, ਗੁਰੂ ਦਾ ਸ਼ਬਦ ਸੁਣਨਾ ਹੈ। ਸੁਣਾਉਣ ਵਾਲੇ ਦਾ ਮੂੰਹ ਨਹੀਂ ਵੇਖਣਾ ਵੀ ਕਿੱਦਾਂ ਦਾ ਮੂੰਹ ਹੈ ਉਹਦਾ, ਉਹ ਕੌਣ ਹੈ। ਸ਼ਬਦ ਸੁਣਨਾ ਕਿ ਜੇ ਸ਼ਬਦ ਨਾਲ ਪਿਆਰ, ਗੁਰਬਾਣੀ ਨਾਲ ਪਿਆਰ ਹੈ, ਤੇ ਫਿਰ ਤੇ ਸ਼ਬਦ ਦੇ ਨਾਲ ਮਤਲਬ ਹੈ ਸਾਡਾ, ਗੁਰੂ ਦੀ ਸੋਝੀ ਦੇ ਨਾਲ, ਉਹ ਜਿਹੜੀ ਬਾਣੀ ਹੈ ਉਹਦੇ ਨਾਲ ਸਾਡਾ ਮਤਲਬ ਹੈ। ਹੁਣ ਅਸੀਂ ਪਹਿਲਾਂ ਦੇਖਦੇ ਹਾਂ ਵੀ ਕਿਹੜਾ ਚਿਹਰਾ ਕਿਹੜਾ ਹੈ, ਮੂੰਹ ਕਿਹੜਾ ਹੈ, ਫਿਰ ਹੀ ਸੁਣਨ ਜਾਵਾਂਗੇ। ਯਾਦ ਰੱਖਿਓ, ਘਰਾਂ ਦੇ ਵਿੱਚੋਂ ਉਦੋਂ ਉੱਠਦੇ ਨੇ ਜਦੋਂ ਪਤਾ ਲੱਗਦਾ ਅਸੀਂ ਫਲਾਨਾ ਬੰਦਾ ਜਿਹੜਾ ਉਹ ਰਾਗੀ ਜਥਾ ਆਇਆ, ਫਲਾਨਾ ਕਥਾਵਾਚਕ ਆਇਆ ਹੈ, ਨਹੀਂ ਤੇ ਨਹੀਂ ਕੋਈ। ਉਹ ਜਿਹਨੂੰ ਸ਼ਬਦ ਨਾਲ ਪਿਆਰ ਹੈ, ਜਿਹੜਾ ਗੀਤ ਨਹੀਂ ਨਾ ਸਮਝਦਾ, ਬ੍ਰਹਮ ਵਿਚਾਰ ਸਮਝਦਾ ਹੈ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਉਹ ਫਿਰ ਸ਼ਬਦ ਸੁਣਨ ਵਾਸਤੇ ਜਾਵੇਗਾ। ਭਾਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਆਪਣੀਆਂ ਵਾਰਾਂ ਦੇ ਵਿੱਚ ਕਿ ਗੁਰਸਿੱਖ ਦਾ ਕਰਮ ਜਿਹੜਾ ਹੈ, ਸਾਧ ਸੰਗਤ ਮਿਲ ਗਾਮ ਦੇ ਰਾਤ ਦਿਹੇ ਨਿਤ ਉੱਠ ਉੱਠ ਜਾਏ। ਜਿਹੜਾ ਮਰਜੀ ਸਮਾਂ ਹੋਏ, ਸਤ ਸੰਗਤ ਕਰਨੀ, ਸੰਗਤ ਵਿੱਚ ਜਾਣਾ। ਅਸੀਂ ਕਈ ਵਾਰ ਇਹ ਸਮਝਦੇ ਹਾਂ ਕਿ ਸਾਡੇ ਕੋਲ ਧਨ ਆ ਗਿਆ, ਬੜੀ ਕਿਰਪਾ ਜੀ, ਮਾਇਆ ਆ ਗਈ, ਬੜੀ ਕਿਰਪਾ, ਕਾਰੋਬਾਰ ਅੱਛਾ ਚੱਲ ਗਿਆ, ਬਹੁਤ ਕਿਰਪਾ ਹੈ, ਧੀਆਂ ਪੁੱਤਰ ਅੱਛੇ ਥਾਵਾਂ ਤੇ ਸੈੱਟ ਹੋ ਗਏ, ਬੜੀ ਕਿਰਪਾ ਹੈ, ਬਾਹਰ ਚਲੇ ਗਏ ਜਾਂ ਹੋਰ ਕੋਈ ਐਸਾ ਗੱਲ ਹੋ ਗਈ, ਬੜੀ ਕਿਰਪਾ। ਆ ਸਾਡੀ ਕਿਰਪਾ ਦਾ ਜਿਹੜਾ ਪ੍ਰਮਾਣ ਹੈ ਉਹ ਇਹੀ ਹੈ, ਆਹ ਚੀਜ਼ਾਂ ਹੀ ਨੇ। ਮਾਇਆ ਦੀ ਬਹੁਤਾਤ, ਸਾਧਨਾ ਦੀ ਬਹੁਤਾਤ, ਧਨ ਪਦਾਰਥ ਵਸਤੂਆਂ ਜਿਹੜੀ ਅੱਛੇ ਪਾਉਨੇ ਖਾਂਦੇ ਹਾਂ, ਇਹਨੂੰ ਹੀ ਅਸੀਂ ਕਿਰਪਾ ਸਮਝਣ ਲੱਗ ਪਏ ਹਾਂ। ਪਰ ਗੁਰੂ ਮਹਾਰਾਜ ਜੀ ਪਤਾ ਕੀ ਬਾਣੀ 'ਚ ਕਹਿੰਦੇ ਨੇ? ਕਹਿੰਦੇ ਨੇ ਕਿਰਪਾ ਜਿਹੜੀ ਹੈ ਨਾ, ਕਿਰਪਾ ਹੈ ਸੰਗਤ ਦੇ ਵਿੱਚ ਆ ਗਏ। ਆ ਪੜੋ ਸ਼ਬਦ, ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੀ ਤਪਤ ਪਿਰਹਿ ਘਰ ਪਾਇਆ। ਭਇਓ ਕਿਰਪਾਲ ਸਤ ਸੰਗ, ਕਿਰਪਾ ਦਾ ਮਤਲਬ ਹੈ ਸੰਗਤ ਵਿੱਚ ਆ ਗਏ, ਗੁਰੂ ਦੇ ਦਰਬਾਰ ਦੇ ਵਿੱਚ ਆ ਗਏ, ਗੁਰਬਾਣੀ ਸ਼ਬਦ ਵਿਚਾਰ ਵਾਲੇ ਪਾਸੇ ਨੂੰ ਤੁਰ ਪਏ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਬਾਣੀ ਨੂੰ ਸੁਣਿਆ, ਵਿਚਾਰਿਆ, ਮਨ ਦੇ ਵਿੱਚ ਵਸਾਇਆ। ਉਹ ਜਿਹੜੀ ਭਾਵਨਾ, ਉਹ ਜਿਹੜੀ ਅਵਸਥਾ ਬਣਨੀ ਹੈ, ਆਤਮਿਕ ਜੀਵਨ ਵਾਲੀ ਅਵਸਥਾ ਬਣਨੀ ਹੈ, ਉੱਚੇ ਜੀਵਨ ਵਾਲੀ ਅਵਸਥਾ ਬਣਨੀ ਹੈ। ਉਹਦੇ ਵਿੱਚ ਮੁਰਦਾ ਵਿਚਾਰਾਂ ਨਹੀਂ ਹੋਣਗੀਆਂ। ਸਾਧ ਸੰਗਤ ਕਰਨ ਵਾਲਾ, ਸੰਗਤ ਦੇ ਵਿੱਚ ਗੁਰ ਸ਼ਬਦ ਨੂੰ, ਬਾਣੀ ਨੂੰ ਪੜ੍ਹਨ ਤੇ ਵਿਚਾਰਨ ਵਾਲਾ, ਜਿਹੜੇ ਆਪਣੇ ਅੰਦਰ ਸ਼ਬਦ ਵਿਚਾਰ ਤੇ ਬਾਣੀ ਦੇ ਰਾਹੀਂ ਆਤਮਿਕ ਜੀਵਨ ਬਣਾਉਂਦਾ ਹੈ, ਉਸ ਉੱਚੀ ਅਵਸਥਾ ਦਾ ਜਿਹੜਾ ਹੈ ਉਹ ਕੋਈ ਮੁਕਾਬਲਾ ਨਹੀਂ ਹੈ, ਉਹਦਾ ਕੋਈ ਕੰਪੀਟੀਟਰ ਨਹੀਂ ਹੈ। ਕੋਈ ਕਵੇ ਕਿ ਉਹਦਾ ਕੋਈ ਮੁਕਾਬਲਾ ਕਰ ਸਕਦਾ ਹੋਵੇ, ਨਹੀਂ ਤੇ ਫਿਰ ਜੇ ਐਸਾ ਨਹੀਂ ਹੈ, ਸੰਗਤ ਨਹੀਂ ਹੈ
ਜੇ ਇਹ ਗੁਰੂ ਦੀ ਕਿਰਪਾ ਨਹੀਂ ਹੈ ਜੀਵਨ ਦੇ ਵਿੱਚ, ਜੇ ਬਾਣੀ ਦੇ ਵੱਲ ਝੁਕਾਅ ਨਹੀਂ ਹੈ, ਵਿਚਾਰ ਦੇ ਵੱਲ ਝੁਕਾਅ ਨਹੀਂ ਹੈ, ਬਾਣੀ ਪੜ੍ਹਨ ਸਮਝਣ ਵਾਲੇ ਪਾਸੇ ਵੱਲ ਮਨ ਨਹੀਂ ਹੈ, ਤੇ ਸਮਝ ਲੈਣਾ ਕਿ ਇਹ ਅਸੀਂ ਜੋ ਵੀ ਕਰ ਰਹੇ ਹਾਂ ਇੱਕ ਕਰਮ ਕਾਂਡ ਹੀ ਹੈ। ਇਹ ਕਾਰਨ ਹੈ ਕਿ ਬਹੁਤਾਤ ਦੇ ਵਿੱਚ ਅਸੀਂ ਦੇਖਣ ਨੂੰ ਤਾਂ ਲੱਗਦਾ ਹੈ ਕਿ ਧਰਮ ਕਰਮ ਕਰ ਰਹੇ ਹਾਂ, ਪਰ ਉਹ ਜਿਹੜੀਆਂ ਗੱਲਾਂ ਜਿਨ੍ਹਾਂ ਨੂੰ ਅਸੀਂ ਧਰਮ ਕਰਮ ਸਮਝਦੇ ਹਾਂ, ਵਿਖਾਵੇ ਦੀਆਂ ਗੱਲਾਂ, ਅਸਲੋਂ ਉਹ ਧਰਮ ਕਰਮ ਨਹੀਂ ਹੈ। ਧਰਮ ਕਰਮ ਪਰਖਣਾ ਹੈ ਤੇ ਆਪਣੇ ਜੀਵਨ ਨੂੰ ਪਰਖੋ। ਕੋਈ ਗੱਲ ਕਰਦਾ ਹੈ, ਕੋਈ ਬਾਤ ਕਰਦਾ ਹੈ ਕਿਸੇ ਵੀ ਤਰ੍ਹਾਂ ਦੀ, ਤੇ ਇੰਨਾ ਠਰਮਾ ਹੈ ਵੀ ਉਹਨੂੰ ਸੁਣ ਸਕੀਏ ਸੰਤੋਖ ਦੇ ਨਾਲ, ਸਬਰ ਦੇ ਨਾਲ। ਜੇ ਕੋਈ ਤਲਖੀ ਦੇ ਵਿੱਚ ਵੀ ਕਰਦਾ ਹੈ ਤੇ ਇੰਨਾ ਹੈ ਵੀ ਬਾਣੀ ਪੜ੍ਹਦਿਆਂ ਵਿਚਾਰਦਿਆਂ ਮਨ ਦੇ ਵਿੱਚ ਇਦਾਂ ਦੀ ਅਵਸਥਾ ਬਣ ਗਈ ਹੈ ਕਿ ਆਮ ਲੋਕਾਂ ਦੀ ਤਰ੍ਹਾਂ ਉਹਦਾ ਪ੍ਰਤੀਕਰਮ ਨਹੀਂ ਹੈ। ਇੱਥੇ ਤੇ ਪਹਿਲੀ ਗੱਲ ਤੇ ਇਹ ਹੈ ਕਿ ਗੁਰੂ ਘਰ ਦੇ ਅੰਦਰ ਜਾਂ ਕੋਈ ਵੀ ਹੈ, ਜਦੋਂ ਅਸੀਂ ਇਸ ਔਰੇ ਦੇ ਵਿੱਚ ਆਉਨੇ ਹਾਂ ਤੇ ਇਹ ਬਾਣੀ ਵਾਲਾ, ਵਿਚਾਰ ਵਾਲਾ ਹੈ, ਇਸ ਤਰ੍ਹਾਂ ਦਾ ਹੈ ਕਿ ਇੱਥੇ ਕੋਈ ਗੱਲਬਾਤ ਜਿਹੜੀ ਹੈ ਉਹ ਪਿਆਰ ਪ੍ਰੇਮ ਦੇ ਵਿੱਚ ਹੋਵੇ। ਕੋਈ ਵੀ ਜਗ੍ਹਾ ਹੈ, ਅਸਥਾਨ ਹੈ, ਇੱਥੇ ਤੇ ਦੋ ਪ੍ਰਸ਼ਾਦੇ ਨਾ ਮਿਲਣ ਤੇ ਵੀਡੀਓ ਬਣਾ ਕੇ ਤੇ ਟਿਕਟੌਕ ਤੇ ਪਾ ਦਿੰਦੇ ਨੇ ਜੀ, ਵੇਖੋ ਜੀ। ਤੇ ਉਹ ਭੁੱਲ ਗਈਆਂ ਸਾਰੀਆਂ ਗੱਲਾਂ ਵੀ ਇਹ ਕਿਹੜੇ ਸਮੇਂ ਸਨ, ਕਰੋਨਾ ਦਾ ਸਮਾਂ ਸੀ, ਕਿੰਨਾ ਭਿਆਨਕ ਸਮਾਂ ਸੀ, ਅੱਜ ਵੀ ਸਮਾਂ ਹੈ। ਗਿਆਨੀ ਜੀ ਨੇ ਹੁਣੇ ਅਪੀਲ ਕੀਤੀ ਹੈ, ਆ ਦਿੱਲੀ ਦੇ ਆਲੇ ਦੁਆਲੇ ਅਕਸਰ ਸਾਲ ਬਾਅਦ ਹੜ੍ਹ ਆਉਂਦੇ ਨੇ, ਤੇ ਹਰ ਵਾਰੀ ਜਦੋਂ ਸਮਾਂ ਹੁੰਦਾ ਹੈ ਇੱਥੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ, ਗੁਰਦੁਆਰਾ ਸੀਸਗੰਜ ਸਾਹਿਬ ਤੋਂ, ਗੁਰਦੁਆਰਾ ਨਾਨਕ ਪਿਆਓ ਸਾਹਿਬ, ਇਹਨਾਂ ਅਸਥਾਨਾਂ ਤੋਂ ਲੰਗਰ ਬਣ ਕੇ ਉੱਥੇ ਲਿਜਾਇਆ ਜਾਂਦਾ ਹੈ ਲੋੜਵੰਦਾਂ ਨੂੰ। ਝੁੱਗੀ ਝੌਂਪੜੀ ਕੋਈ ਵੀ ਹੈ, ਕਿਉਂਕਿ ਇਹ ਲੰਗਰ ਤਾਂ ਹਰੇਕ ਲੋੜਵੰਦ ਵਾਸਤੇ ਹੈ, ਉਹਦੇ ਵਿੱਚ ਕੋਈ ਵੀ ਹੋਵੇ ਉਹਨਾਂ ਵਾਸਤੇ ਪਹੁੰਚਾਇਆ ਜਾਂਦਾ ਹੈ। ਫਿਰ ਅਸੀਂ ਨਿੱਕੀਆਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਅਸੀਂ ਛੋਟੀਆਂ ਗੱਲਾਂ ਨੂੰ ਵੱਡਾ ਬਣਾ ਕੇ ਪੇਸ਼ ਕਰਦੇ ਹਾਂ, ਉਹਦੇ ਪਿੱਛੇ ਮਨਸ਼ਾ ਜਿਹੜੀ ਹੈ ਉਹ ਕੋਈ ਚੰਗੀ ਨਹੀਂ ਹੁੰਦੀ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਏ। ਇਹ ਵੱਖਰੀ ਗੱਲ ਹੈ ਕਿ ਗੁਰੂ ਦਾ ਦਰ ਜਿਹੜਾ ਹੈ, ਇੱਥੋਂ ਲੋੜਵੰਦ ਨੂੰ ਪ੍ਰਸ਼ਾਦਾ ਵੀ ਮਿਲਦਾ ਹੈ, ਇੱਥੋਂ ਕਿਸੇ ਵੀ ਲੋੜਵੰਦ ਦੀ ਕੋਈ ਜ਼ਰੂਰਤ ਜਿਹੜੀ ਹੈ ਇਹ ਗੁਰੂ ਦਰ ਤੋਂ ਗੁਰੂ ਰੂਪ ਸੰਗਤਾਂ ਜਿਹੜੀਆਂ ਨੇ ਉਹ ਪੂਰਾ ਕਰਦੀਆਂ ਨੇ। ਪਰ ਇਹ ਤੇ ਨਹੀਂ ਨਾ ਕਿ ਜੇ ਕੋਈ ਪ੍ਰਬੰਧ ਦੇ ਵਿੱਚ ਊਚ ਨੀਵ, ਕੋਈ ਵਾਧ ਘਾਟ ਹੋਵੇ ਤੇ ਅਸੀਂ ਜਿਹੜਾ ਹੈ ਮੁੱਦਾ ਬਣਾ ਕੇ ਲੈ ਕੇ ਟੁਰ ਪਈਏ। ਪਹਿਲੀ ਗੱਲ ਤੇ ਸਾਨੂੰ ਇਹ ਸਮਝਣੀ ਚਾਹੀਦੀ, ਅਸੀਂ ਗੁਰਦੁਆਰੇ ਚੱਲੇ ਕੀ ਲੈਣ ਹਾਂ। ਜੇ ਤੇ ਪਰੌਂਠੇ ਖਾਣ ਚੱਲੇ ਆ ਤੇ ਫਿਰ ਤਾਂ ਵੱਖਰੀ ਗੱਲ ਹੈ, ਪਰ ਜੇ ਇਹ ਅਸੀਂ ਗੁਰੂ ਦੇ ਕੋਲੋਂ ਆਤਮਿਕ ਖੁਰਾਕ ਲੈਣ ਚੱਲੇ ਹਾਂ, ਇਹ ਭੋਜਨ ਅਲੱਭ ਹੈ ਸੰਤੋ, ਇਹ ਅਲੱਭ ਭੋਜਨ ਹੈ। ਬਾਕੀ ਤੇ ਹਰ ਥਾਂ ਤੇ ਮਿਲ ਜਾਂਦੇ ਨੇ ਭੋਜਨ, ਪ੍ਰਸ਼ਾਦੇ ਪਾਣੀ, ਜੋ ਜਿੱਥੋਂ ਮਰਜ਼ੀ ਜਿੱਦਾਂ ਦਾ ਮਰਜ਼ੀ ਲੈ ਲਓ, ਪਰ ਆ ਅਲੱਭ ਭੋਜਨ ਜਿਹੜਾ ਹੈ, ਇਹ ਅਲੱਭ ਨਾ ਲੱਭਿਆ ਜਾਣ ਵਾਲਾ, ਨਾ ਪ੍ਰਾਪਤ ਹੋਣ ਵਾਲਾ, ਇਹ ਕੇਵਲ ਗੁਰੂ ਦੇ ਕੋਲੋਂ ਹੀ ਮਿਲਣਾ ਹੈ, ਇਹ ਗੁਰੂ ਦਰ ਤੋਂ ਹੀ ਮਿਲਣਾ ਹੈ। ਬਿਰਤੀ ਬਣਾਈਏ, ਸੁਭਾਵ ਬਣਾਈਏ ਆ ਕੇ ਗੁਰੂ ਨੂੰ ਸੁਣਨ ਦੀ, ਗੁਰੂ ਦੇ ਹੁਕਮ ਨੂੰ। ਪਤਾ ਇਹ ਜਿਹੜੀ ਮਰਿਆਦਾ ਹੈ, ਅਸੀਂ ਅਕਸਰ ਕਹਿੰਦੇ ਸੁਣਦੇ ਆ ਰਹੇ ਹਾਂ, ਭਾਈ ਸਾਹਿਬ ਜੀ ਸ਼ਬਦ ਸੁਣਾਉਂਦੇ ਨੇ, ਵਾਕ ਮੁੱਖ ਵਾਕ ਸੁਣਾਉਂਦੇ ਨੇ, ਹੁਕਮਨਾਮਾ ਸੁਣਾਉਂਦੇ ਨੇ। ਇੱਦਾਂ ਦੇ ਸ਼ਬਦ ਜਿਹੜੇ ਨੇ ਇਹ ਇਸੇ ਕਰਕੇ ਬਣੇ ਨੇ ਤਾਂ ਕਿ ਸਾਡੀ ਤਵੱਜੋ ਜਿਹੜੀ ਹੈ ਸੁਣਨ ਵਾਲੇ ਪਾਸੇ ਨੂੰ, ਵਿਚਾਰ ਵਾਲੇ ਪਾਸੇ ਨੂੰ ਟੁਰ ਪਵੇ। ਜਦੋਂ ਸੁਣਾਂਗੇ, ਵਿਚਾਰਾਂਗੇ, ਤਾਂ ਹੀ ਆਤਮਿਕ ਜੀਵਨ ਜਿਹੜਾ ਹੈ ਉੱਚਾ ਹੋਵੇਗਾ। ਤਾਂ ਹੀ ਜੀਵਨ ਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਸਾਡੇ ਆਈਆਂ ਹੋਈਆਂ ਨੇ, ਤਰੁੱਟੀਆਂ ਆਈਆਂ ਹੋਈਆਂ ਨੇ, ਉਹ ਦੂਰ ਹੋਣਗੀਆਂ। ਗੁਰੂ ਨੇ ਸਾਡਾ ਜੀਵਨ ਸੋਹਣਾ ਬਣਾਉਣਾ ਹੈ, ਸੁੰਦਰ ਬਣਾਉਣਾ ਹੈ। ਕਿਵ ਸਚਿਆਰਾ ਹੋਈਐ, ਕਿਵ ਕੂੜੇ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਸਚਿਆਰਾ ਕਿਵੇਂ ਬਣਨਾ ਹੈ, ਆ ਕੇ ਤੇ ਇਹ ਗੱਲ ਸਮਝਣੀ ਸੀ।
ਅਸੀਂ ਤੇ ਹੋਰ ਪਾਸਿਆਂ ਨੂੰ ਟੁਰ ਪਏ। ਗੁਰਦੁਆਰੇ ਹਰ ਕੀਰਤਨ ਸੁਣੀਏ, ਕੀਰਤਨ ਸੁਣਨਾ ਸੀ। ਸਤਿਗੁਰ ਭੇਟ ਹਰ ਜਸ ਮੁਖ ਭਣੀਏ, ਸਤਿਗੁਰੂ ਨੂੰ ਮਿਲ ਕੇ ਹਰੀ ਦਾ ਜਸ ਕਰਨਾ ਸੀ। ਭਣੀਏ ਦਾ ਮਤਲਬ ਭਣਨਾ, ਉਚਾਰਨਾ। ਵਾਹਿਗੁਰੂ ਦੀ ਸਿਫਤ ਵਡਿਆਈ ਉਚਾਰਨੀ ਸੀ, ਜਸ ਕਰਨਾ ਸੀ। ਅਸੀਂ ਹੋਰ ਪਾਸੇ ਨੂੰ ਤੁਰ ਪਏ। ਇਹ ਗੁਰਦੁਆਰਾ ਜਿਹੜਾ ਹੈ ਇਹ ਆਤਮਿਕ ਜੀਵਨ ਨੂੰ ਉਚੇਰਿਆ ਕਰਨ ਵਾਲਾ ਗੁਰੂ ਦੀ ਵੱਡੀ ਪਾਠਸ਼ਾਲਾ ਹੈ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਹਰੀ ਦੇ ਗੁਣ ਸਿੱਖਣੇ ਆ। ਜਦੋਂ ਘਰੋਂ ਤੁਰਨ ਲੱਗੋ ਤੇ ਇਹ ਸੋਚ ਕੇ ਤੁਰੋ ਕਿ ਕਲਾਸ ਲਾਉਣ ਚੱਲੇ ਆ ਗੁਰੂ ਦੇ ਦਰ ਦੇ ਉੱਪਰ, ਗੁਰੂ ਦੇ ਸਕੂਲ ਚੱਲੇ ਆ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਪਾਠਸ਼ਾਲਾ ਦੇ ਵਿੱਚ ਚੱਲੇ ਆ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ, ਉਹਦੀ ਪਾਠਸ਼ਾਲਾ, ਉਹਦੇ ਸਕੂਲ ਦੇ ਵਿੱਚ, ਉਹਦੀ ਯੂਨੀਵਰਸਿਟੀ ਚੱਲੇ ਹਾਂ ਕੁਝ ਪ੍ਰਾਪਤ ਕਰਨ ਵਾਸਤੇ ਚੱਲੇ ਹਾਂ। ਫਿਰ ਤਾਂ ਪ੍ਰਾਪਤ ਹੋਵੇਗਾ। ਤੇ ਜੇ ਖਾਲੀ ਧਨ ਪਦਾਰਥ ਨੌ ਨਿਧੀਆਂ ਦੇ ਵਾਲੀ ਧਿਆਨ ਹੋਵੇ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਗੁਰੂ ਕੋਈ ਕਸਰ ਨਹੀਂ ਰਹਿਣ ਦਿੰਦਾ। ਪਰ ਜਦੋਂ ਅਸੀਂ ਕੇਵਲ ਇਹ ਚੀਜ਼ਾਂ ਮੰਗਦੇ ਹਾਂ ਤੇ ਫਿਰ ਆਤਮਿਕ ਜੀਵਨ ਵੱਲੋਂ ਸੱਖਣੇ ਰਹਿੰਦੇ ਹਾਂ। ਮੈਂ ਬੇਨਤੀ ਕਰ ਰਿਹਾ ਸੀ, ਭਾਈ ਵੀਰ ਸਿੰਘ ਜੀ ਨੇ ਦਰਸ਼ਨਾਂ ਦੀ ਗੱਲ ਕਰਦਿਆਂ ਹੋਇਆਂ ਲਿਖਿਆ ਕਿ ਦਰਸ਼ਨ ਦਾ ਮਤਲਬ ਹੈ ਆਤਮਿਕ ਸੋਝੀ, ਆਤਮਿਕ ਗਿਆਨ। ਇਹ ਗੁਰੂ ਦੇ ਸ਼ਬਦ ਵਿਚਾਰ ਦੇ ਨਾਲ, ਇਹਨੂੰ ਸਮਝਣ ਦੇ ਨਾਲ ਪ੍ਰਾਪਤ ਹੋਣਾ ਹੈ। ਸਾਡੀ ਅਰਦਾਸ ਜਿਹੜੀ ਹੈ ਉਹਦੇ ਵਿੱਚ ਜਦੋਂ ਅਸੀਂ ਇਹ ਪਹਿਲੇ ਹੀ ਪਦਾ ਜਿਹੜਾ ਹੈ ਅਰਦਾਸ ਦਾ, ਉਹਦੇ ਵਿੱਚ ਅਸੀਂ ਅਰਦਾਸੀਏ ਦੇ ਕੋਲੋਂ ਜਦੋਂ ਸੁਣਦੇ ਹਾਂ ਨਾ, ਅਰਦਾਸ ਕਰਨ ਵਾਲਾ ਸੰਗਤ ਦਾ ਪ੍ਰਤੀਨਿਧ ਹੈ, ਉਹ ਸਮੁੱਚੀ ਸੰਗਤ ਦੀ ਅਰਦਾਸ ਕਰਦਾ ਹੈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਾਠ ਦੀਦਾਰ ਦਾ ਧਿਆਨ ਧਰ ਕੇ ਉੱਥੇ ਫਿਰ ਆਪਣੀ ਤਵੱਜੋ ਦਿਆ ਕਰੋ ਕਿ ਕਦੇ ਜਪਜੀ ਸਾਹਿਬ ਕੀਤਾ ਹੈ, ਕਦੇ ਸਹਿਜ ਪਾਠ ਕੀਤਾ ਹੈ, ਕਿ ਖਾਲੀ ਇਹੀ ਕਹਿੰਦੇ ਰਹੇ ਗੁਰੂ ਦਾ ਦਰਸ਼ਨ ਅਸੀਂ ਦੇਖ ਕੇ ਜਿਉਂਦੇ ਹਾਂ। ਗੁਰੂ ਦਾ ਦਰਸ਼ਨ ਵੇਖ ਕੇ ਜਿਉਣ ਦਾ ਢੰਗ ਇਹ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ, ਵਿਚਾਰਨੀ, ਇਹ ਗੁਰੂ ਦਾ ਦੀਦਾਰ ਹੈ, ਇਹ ਗੁਰੂ ਦਾ ਦਰਸ਼ਨ ਹੈ, ਜਿਹਦਾ ਰੋਜ਼ ਅਰਦਾਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ। ਤੇ ਫਿਰ ਕਹੀਏ ਕਿ ਸਾਡਾ ਜੀਵਨ ਜਿਹੜਾ ਹੈ ਉਹ ਬਦਲਦਾ ਕਿਉਂ ਨਹੀਂ, ਉਹਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ? ਇਸੇ ਕਰਕੇ ਨਹੀਂ ਆਉਂਦੀ ਕਿਉਂਕਿ ਇਸ ਪਾਸੇ ਵੱਲ ਨੂੰ ਚੱਲਦੇ ਨਹੀਂ ਅਸੀਂ। ਗੁਰੂ ਕਿਰਪਾ ਕਰੇ ਅਸੀਂ ਇਸ ਪਾਸੇ ਵੱਲ ਨੂੰ ਚੱਲੀਏ, ਸਾਡੇ ਜ਼ਿੰਦਗੀ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਕੁਰੀਤੀਆਂ ਨੇ ਉਹ ਦੂਰ ਹੋਣ, ਸਚਿਆਰ ਬਣ ਸਕੀਏ, ਸੋਹਣੇ ਜੀਵਨ ਵਾਲੇ ਬਣ ਸਕੀਏ। ਇੱਕ ਮਿਆਰੀ ਜੀਵਨ ਜਿਹੜਾ ਹੈ ਉਹ ਹੀ ਦੂਸਰੇ ਨੂੰ ਪ੍ਰੇਰਨਾ ਦੇ ਸਕਦਾ ਹੈ। ਅਸੀਂ ਤੇ ਸਗੋਂ ਹੋਰ ਹੰਕਾਰੀ ਹੁੰਦੇ ਜਾਂਦੇ ਹਾਂ। ਸਾਡੀ ਈਗੋ, ਸਾਡਾ ਹੱਠ ਜਿਹੜਾ ਹੈ, ਕਈ ਵਾਰ ਦੇਖੀਦਾ ਹੈ ਅਸੀਂ ਤਾਂ ਜੀ ਇੰਨੇ ਚਿਰ ਤੋਂ ਹਾਜ਼ਰੀਆਂ ਭਰ ਰਹੇ ਹਾਂ, ਤੇ ਫਿਰ ਜੀਵਨ ਦੇ ਵਿੱਚ ਪ੍ਰਾਪਤ ਕੀ ਹੋਇਆ ਹੈ? ਇੰਨੇ ਚਿਰਾਂ ਤੋਂ ਹਾਜ਼ਰੀ ਭਰੀ ਪਰ ਪ੍ਰਾਪਤ ਕੁਛ ਨਹੀਂ ਕੀਤਾ। ਜਿਹੜੀ ਅਵਸਥਾ ਹੋਣੀ ਚਾਹੀਦੀ, ਨਿਮਰਤਾ ਆਉਣੀ ਚਾਹੀਦੀ ਸੀ, ਹਲੀਮੀ ਆਉਣੀ ਚਾਹੀਦੀ ਸੀ, ਉਹ ਨਹੀਂ ਆਈ। ਇਸੇ ਕਰਕੇ ਨਹੀਂ ਕਿ ਬਸ ਇੱਕ ਫੇਰਾ ਹੀ ਰੱਖਿਆ, ਇੱਕ ਇਹੀ ਬਸ ਰੱਖਿਆ ਵੀ ਜਾਣਾ ਹੈ ਗੁਰਦੁਆਰੇ। ਜੇ ਸਮਝ ਵਿਚਾਰ ਕਰਕੇ ਇਸ ਪਾਸੇ ਚੱਲਦੇ, ਸੁਣਦੇ, ਪੜ੍ਹਦੇ, ਵਿਚਾਰਦੇ ਤਾਂ ਫਿਰ ਗੱਲ ਹੋਰ ਬਣਦੀ। ਅੱਜ ਦੇ ਸ਼ਬਦ ਦੇ ਵਿੱਚ ਜਿਹੜੀ ਰਹਾਉ ਦੀ ਪੰਕਤੀ ਹੈ ਨਾ, ਮਹਾਰਾਜ ਕਹਿੰਦੇ ਨੇ, ਜਿਹਦੇ ਉੱਪਰ ਦਿਆਲੂ ਰਮਿਆ ਹੋਇਆ ਵਾਹਿਗੁਰੂ ਕਿਰਪਾ ਕਰਦਾ ਹੈ, ਜਿਸ ਰਾਖੇ ਜਿਹਨੂੰ ਰੱਖਦਾ ਹੈ ਉਹਦਾ ਜੀਵਨ ਬਚ ਜਾਂਦਾ ਹੈ, ਕਾਮ ਤੋਂ ਬਚ ਜਾਂਦਾ ਹੈ, ਕ੍ਰੋਧ ਤੋਂ ਬਚ ਜਾਂਦਾ ਹੈ,
ਲੋਭ ਤੋਂ ਬਚ ਜਾਂਦਾ ਹੈ, ਅਹੰਕਾਰ ਤੋਂ ਬਚ ਜਾਂਦਾ ਹੈ। ਤ੍ਰਿਸ਼ਨਾ ਜਿਹੜੀ ਹਰੇਕ ਨੂੰ ਵੇੜੀ ਰੱਖਦੀ ਹੈ, ਹਰੇਕ ਦੇ ਮਨ ਨੂੰ ਲੱਗੀ ਹੋਈ ਹੈ, ਉਸ ਤ੍ਰਿਸ਼ਨਾ ਤੋਂ ਬਚ ਜਾਂਦਾ ਹੈ, ਉਸ ਤ੍ਰਿਸ਼ਾਲੂ ਬਿਰਤੀ ਤੋਂ ਬਚ ਜਾਂਦਾ ਹੈ। ਜਿਸ ਰਾਖੈ ਆਪ ਰਾਮ ਦਿਆਰਾ, ਜਿੱਦੋਂ ਰੱਖਣਾ ਹੈ ਉਹਨੇ ਹੀ ਬਚਣਾ ਹੈ। ਕੋਈ ਹਰਿਆ, ਕੋਈ ਜੰਗਲ ਨੂੰ ਅੱਗ ਲੱਗੀ ਹੋਏ ਨਾ, ਤੇ ਮਹਾਰਾਜ ਕਹਿੰਦੇ ਕੋਈ ਹਰਿਆ ਬੂਟ ਰਹੇ ਹੋਰੀ, ਕੋਈ ਬੂਟਾ ਜਿਹੜਾ ਹੈ ਵਿਰਲਾ ਹੀ ਜਿਹੜਾ ਹੈ ਉਹ ਬਚਦਾ ਹੈ। ਉਹ ਬਚਦਾ ਹੈ ਜਿਹਦਾ ਪਾਣੀ ਦੇ ਸੋਮੇ ਦੇ ਨਾਲ ਜਿਹੜਾ ਹੋਵੇਗਾ, ਜਾਂ ਠੰਡਕ ਵਾਲੇ ਪਾਸੇ ਜਿਹੜਾ ਹੋਵੇਗਾ, ਨਹੀਂ ਤੇ ਜਲ ਜਾਂਦੇ ਨੇ। ਤ੍ਰਿਸ਼ਨਾ ਸੰਸਾਰ ਨੂੰ ਐਸੀ ਚਿੰਬੜੀ ਹੈ ਜਿਹੜੀ ਬੁਝਾਇਆ ਵੀ ਨਹੀਂ ਬੁਝਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ लाख करोरे मन नहीं होरे, परे परे ही को लुझी है। ये परे तो परे हुंदी जांदी, वधदी जांदी है। महाराज कहते बिरले दी किसे दी बुझदी है, किहदी बुझदी है, जिहदी वो बुझाउंदा है। बंदा करोड़ां जोड़दा है, करोड़ां तो फिर होर वध जाता है। सहस खटे लख को उठ धावै, अगे तो अगे, अगे तो अगे, कोट जोरे लाख करोड़े, लखां करोड़ां तक पहुंच जाता है। लखां करोड़ां ते भी जाके नहीं रुकदी, उथों भी अगे चलती है। मन नहीं हो रहे, मन रुकदा नहीं है। तृष्णा दा वेड़िया होया जिन्हों ये लग जाती है, उहदा वेड़िया मन जिहड़ा है वो रुकदा नहीं है। कोई राजा किधरे गया, किसी साधु दे कोल, तृष्णा दा वेड़िया होया मन सी, टिकदा नहीं सी, रुकदा नहीं सी। हर वेले मन जिहड़ा सी वो विचलित ही रहिंदा सी। उसने सोचिया किसी संत महापुरख कोल जाने आ। वो गया, जाके अपना दुख दसिया, कहन लगा मैं बड़ियां जित्तां प्राप्त कीतियां ने, बड़ियां रियासतां अपने अधीन कर लईयां ने, धन पदार्थ इकट्ठे कर लए ने, बहुत कुछ माया इकट्ठी कर लई है, पर संत जी मेरा मन जिहड़ा है वो रजदा नहीं है, रुकदा नहीं है, कोई कृपा करो तुसीं। वो संत भी जानदा सी कि गल्लां बातां नाल ते इहने रजना कोई नहीं है। जिहदा मन इन्ना कुछ करके नहीं रजिया, ते मेरे दो शब्द कहण दे नाल ये कित्थों रुक जावेगा। वो गया नाल लै करके, कहना चल मेरे नाल। एक खूह ते चला गया, खूह ते लिजा करके उसने एक बर्तन दे नाल, बाल्टी कह लो, ਉਹਦੇ ਨਾਲ ਲੱਜ ਰੱਸਾ ਬੰਨਿਆ ਤੇ ਉਹਨੂੰ ਕਹਿਣ ਲੱਗਾ ਤੂੰ ਹੁਣ ਇਸ ਖੂਹ ਦੇ ਵਿੱਚੋਂ ਪਾਣੀ ਕੱਢ। ਉਹਨੇ ਲਮਕਾਇਆ ਪਾਣੀ ਦੇ ਖੂਹ ਦੇ ਵਿੱਚ ਅੰਦਰ, ਖਿੱਚਿਆ ਬਾਹਰ ਤੇ ਦੇਖਿਆ ਕਿ ਪਾਣੀ ਨਹੀਂ ਹੈ, ਕਿਉਂਕਿ ਪਾਣੀ ਤੇ ਤਾਂ ਹੁੰਦਾ ਨਾ ਜੇ ਪਾਣੀ ਨੂੰ ਟਿਕਾਉਣ ਵਾਲੀ ਕੋਈ ਜਗ੍ਹਾ ਹੁੰਦੀ। ਉਹ ਹੈ ਤਲਾ, ਤਲਾ ਹੈ ਕੋਈ ਨਹੀਂ ਸੀ। ਇੱਕ ਵਾਰ, ਦੋ ਵਾਰ, ਚਾਰ ਵਾਰ ਘੁਮਾਇਆ, ਆਖਰ ਉਹਦੇ ਸਬਰ ਦਾ ਬੰਨ ਟੁੱਟ ਗਿਆ। ਉਹ ਕਹਿਣ ਲੱਗਾ ਕਿ ਸੰਤ ਜੀ ਮੈਂ ਤੇ ਤੁਹਾਡੇ ਕੋਲ ਸਵਾਲ ਲੈ ਕੇ ਆਇਆ ਸੀ ਕਿ ਮੇਰਾ ਮਨ ਨਹੀਂ ਰੱਜਦਾ, ਮੇਰਾ ਮਨ ਨਹੀਂ ਰੁਕਦਾ, ਮਨ ਨਹੀਂ ਟਿਕਦਾ, ਪਰ ਤੁਸੀਂ ਮੇਰੇ ਅੱਗੇ ਹੋਰ ਸਵਾਲ ਪੈਦਾ ਕਰ ਦਿੱਤਾ। ਇਹਦੇ ਵਿੱਚ ਪਾਣੀ ਕਿਵੇਂ ਟਿਕੇਗਾ? ਇਸ ਬਾਲਟੀ ਦਾ ਤੇ ਇਸ ਭਾਂਡੇ ਦਾ ਤੇ ਤਲਾ ਹੀ ਕੋਈ ਨਹੀਂ ਹੈ। ਤੇ ਮੈਂ ਸੋਚਦਾ ਹਾਂ ਕਿ 2 ਵਾਰ 4 ਵਾਰ ਛੱਡ ਕੇ ਮੈਂ ਸਾਰੀ ਜ਼ਿੰਦਗੀ ਵੀ ਇੱਥੇ ਇਹਨੂੰ ਚਲਾਉਂਦਾ ਰਵਾਂ ਨਾ ਖੂਹ ਦੇ ਵਿੱਚ, ਤਾਂ ਵੀ ਇਹਦੇ ਵਿੱਚੋਂ ਪਾਣੀ ਬਾਹਰ ਨਹੀਂ ਨਿਕਲਣਾ। ਉਹ ਸੰਤ ਕਹਿਣ ਲੱਗਾ ਕਿ ਅਸਲ ਵਿੱਚ ਤੇਰੇ ਸਵਾਲ ਦਾ ਜਵਾਬ ਹੀ ਇਹ ਸਵਾਲ ਹੈ। ਮੇਰੀ ਬਾਲਟੀ ਦਾ, ਇਸ ਭਾਂਡੇ ਦਾ ਤਲਾ ਟੁੱਟਿਆ ਹੋਇਆ ਹੈ, तेरे मन का, तेरी तृष्णा का टुटिया होया है। ये तला जड़ा है ये संतोख है, सबर है। सबर ते संतोख
जिन्नी देर तक जीवन दे विच धारण नहीं करते उन्नी देर तक मन रज नहीं सकता। हुण कोई इदां दी कोई कैप्सूल नहीं है, कोई इहो जिहा टीका नहीं है जिहड़ा बंदे नूं तृष्णा लगी होए ते ओह ला दिओ ते ओह रुक जावे। ਇਹ ਤਾਂ ਇੱਕ ਪੜ੍ਹਾਈ ਹੈ ਗੁਰਦੁਆਰੇ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਇੱਕ ਪੜ੍ਹਾਈ ਹੈ। ਐਜੂਕੇਸ਼ਨ ਨਾਲ ਇਹ ਜਿਹੜੀ ਗੁਰੂ ਘਰ ਦੀ ਗੱਲ ਹੈ, ਇਹ ਮਤ ਸਮਝਿਓ ਕਿ ਕਿਸੇ ਕੋਲ ਗਏ, ਕਿਸੇ ਸਾਈਂ ਕੋਲ, ਜਾਂ ਅੱਜ ਕੱਲ੍ਹ ਜਿਵੇਂ ਚੱਲਦਾ ਹੈ ਉਹਨੇ ਸਵਾਹ ਦੇ ਦਿੱਤੀ, ਵਿਭੂਤੀ ਦੇ ਦਿੱਤੀ, ਉਹਦੇ ਨਾਲ ਕੰਮ ਬਣ ਗਿਆ। ਕੋਈ ਵਿਰਲਾ ਹੀ ਹੈ ਸਾਧੂ ਜਿਹੜੀ ਇਹ ਗੱਲ, ਜਿਹੜੀ ਪੋਜ਼ਿਟਿਵਿਟੀ ਵਾਲੀ, ਵਿਚਾਰ ਵਾਲੀ ਗੱਲ ਕਰੇ ਕਿ ਇਹਨਾਂ ਗੱਲਾਂ ਦੇ ਵਿੱਚ ਕੱਖ ਨਹੀਂ ਰੱਖਿਆ। ਕਿਸੇ ਮੈਂ ਦੇਖ ਰਿਹਾ ਸੀ ਕਿ ਕੋਈ ਅੱਛੀ ਭਾਵਨਾ ਵਾਲਾ ਕੋਈ ਸਾਧੂ ਸੀ ਤੇ ਉਹਦੇ ਜਾ ਕੇ ਪੈਰਾਂ ਦੇ ਉੱਪਰ ਕਿਸੇ ਨੇ ਮੱਥਾ ਟੇਕਿਆ ਤੇ ਉਹਨੇ ਦੱਸਿਆ ਵੀ ਇਹਦੇ ਨਾਲ ਕੀ ਹੋਏਗਾ, ਕੋਈ ਬਿਮਾਰੀ ਜਾਂ ਕੁਝ ਵੀ ਲੈ ਕਰਕੇ। ਉਹ ਕਹਿੰਦਾ ਇਹਦੇ ਨਾਲ ਕੁਝ ਨਹੀਂ ਹੋਣਾ। ਉਹ ਕਹਿਣ ਲੱਗੇ ਡਾਕਟਰ ਕਾਹਦੇ ਵਾਸਤੇ ਨੇ, ਉਹਨਾਂ ਦੇ ਕੋਲ ਜਾਓ। ਮੈਂ ਹੈਰਾਨ ਸੀ ਕਿ ਅੱਜ ਦੇ ਯੁੱਗ ਦੇ ਵਿੱਚ ਹਰ ਬੰਦਾ ਲੁੱਟਣ ਵਾਸਤੇ ਬੈਠਾ ਹੈ, ਹਰ ਬੰਦਾ ਆਪਣੀ ਦੁਕਾਨਦਾਰੀ ਚਮਕਾਉਣ ਵਾਸਤੇ ਬੈਠਾ ਹੈ, ਪਰ ਕੁਝ ਐਸੇ ਵੀ ਨੇ ਜਿਹੜੇ ਸਹੀ ਗੱਲ ਕਰਨ ਵਾਲੇ ਨੇ। ਅਸੀਂ ਸੋਚਦੇ ਹਾਂ ਵੀ ਬਸ ਇਹਨਾਂ ਗੱਲਾਂ ਨਾਲ ਹੀ ਜਿਹੜਾ ਹੈ ਸਰ ਜਾਣਾ ਹੈ। ਮੁਆਫ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਬੜੀ ਸਪਸ਼ਟ ਹੈ। ਇਹ ਜਿਹੜੇ ਅੰਦਰ ਦੇ ਰੋਗ ਨੇ, ਜਿਹੜਾ ਤ੍ਰਿਸ਼ਨਾ ਦਾ ਰੋਗ ਹੈ, ਵਾਸ਼ਨਾ ਦਾ ਰੋਗ ਹੈ, ਕ੍ਰੋਧ ਦਾ ਰੋਗ ਹੈ, ਇਹਨਾਂ ਤੋਂ ਬਚਣਾ, ਇਹਨਾਂ ਤੋਂ ਰੱਖਿਆ ਕਰਨੀ ਜਿਹੜੀ ਹੈ, ਇਹ ਗੁਰੂ ਅੱਗੇ ਅਰਦਾਸ ਬੇਨਤੀ ਤੋਂ ਬਿਨਾਂ ਨਹੀਂ। ਇਹਦਾ ਇੱਕ ਢੰਗ ਹੈ, ਇਹਦਾ ਇੱਕ ਤਰੀਕਾ ਹੈ। ਤ੍ਰਿਸ਼ਨਾ ਰੁਕੇਗੀ, ਮਨ ਰੁਕੇਗਾ, ਲੋਭ ਲਾਲਚ ਦੇ ਵੱਲੋਂ ਹਟੇਗਾ ਜਿੱਦਨ ਇਹ ਗੁਰੂ ਮਹਾਰਾਜ ਕਹਿੰਦੇ ਨੇ ਬੰਦਾ ਆਪਣੇ ਮਨ ਦੇ ਵਿੱਚ ਸੰਤੋਖ ਨੂੰ ਪੱਕਿਆਂ ਕਰ ਲਵੇਗਾ। ਸਬਰ ਤੋਸਾ ਮਲਾਇਕਾ ਦਦਾਰ ਪੂਰੇ ਪਾਇਸਾ। ਜੇ ਸਬਰ ਨਹੀਂ ਹੈ, ਸੰਤੋਖ ਨਹੀਂ ਹੈ, ਤੇ ਜੋ ਮਰਜ਼ੀ ਕਰੀ ਜਾਵੇ, ਨਹੀਂ ਬੁੱਝ ਸਕਦੀ। ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਸੰਤੋਖ ਤੋਂ ਬਿਨਾਂ ਨਹੀਂ ਰੱਜ ਸਕਦਾ ਕੋਈ। ਤੇ ਗੁਰੂ, ਇਹ ਸੰਤੋਖ ਜਿਹੜਾ ਹੈ ਇਹ ਗੁਰੂ ਸ਼ਬਦ, ਗੁਰਬਾਣੀ, ਗੁਰੂ ਬਚਨਾਂ ਦੇ ਨਾਲ ਆਉਣਾ ਹੈ। ਤ੍ਰਿਸ਼ਨਾ ਬੁੱਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੇ, ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਇਸ ਕਰਕੇ ਜਿੱਥੇ ਆਤਮਿਕ ਜੀਵਨ ਨੂੰ ਸਵਾਰਨ ਵਾਸਤੇ ਇਹਨਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਜ਼ਰੂਰੀ ਹੈ, ਉੱਥੇ ਇਹ ਅਰਦਾਸ ਕਰੀਏ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਮੇਰੇ ਨਿਗੁਣੇ ਦੇ ਵਿੱਚ ਕੋਈ ਗੁਣ ਨਹੀਂ ਹੈ, ਪਰ ਸਾਰੇ ਗੁਣ ਹੈ ਵਾਹਿਗੁਰੂ ਤੇਰੇ ਵਿੱਚ ਹੈ। ਸਾਰਿਆਂ ਗੁਣਾਂ ਦਾ ਮਾਲਕ ਤੂੰ ਹੈ। ਇਸ ਕਰਕੇ ਇਹਨਾਂ ਤੋਂ ਮੇਰੀ ਰੱਖਿਆ ਕਰ। ਮੇਰੀ ਬੇਨਤੀ ਹੈ, ਮੇਰੀ ਅਰਦਾਸ ਹੈ, ਪੰਚ ਵਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਔਰ ਬਹੁਤ ਸੰਤਾਵੇ, ਹਾਰ ਭਰਿਆ ਤੋ ਦੁਆਰੇ। ਇਹ ਬੜਾ ਤੰਗ ਕਰਦੇ ਨੇ। ਕਦੇ ਕਿਹਾ ਆ ਕਰਕੇ ਇਹਨਾਂ ਵਿਸ਼ਿਆਂ ਬਾਰੇ, ਇਸ ਤ੍ਰਿਸ਼ਨਾ ਬਾਰੇ, ਇਹ ਜਿਹੜਾ ਰੋਜ਼ ਕਦੀ ਟੇਬਲਾਂ ਦੇ ਥੱਲਿਓਂ ਦੀ ਲੈਂਦੇ ਆ, ਕਦੀ ਕਿਸੇ ਢੰਗ ਦੇ ਨਾਲ, ਕਦੀ ਦੇਖਿਆ ਇਹ ਸਾਹਮਣੇ ਜਿਹੜਾ ਬੰਦਾ ਆਇਆ ਆਪਣੇ ਕੰਮ ਵਾਸਤੇ, ਇਹ ਗਰੀਬ, ਇਹ ਪਤਾ ਨਹੀਂ ਕਿੱਦਾਂ ਇਹਨੇ ਆਪਣਾ ਜੀਵਨ ਜੀ ਰਿਹਾ ਹੋਵੇਗਾ, ਕੀ ਕੀ ਕਰਕੇ ਇਹ ਲਿਆਇਆ ਹੋਏਗਾ ਜਿਹਦੇ ਕੋਲੋਂ ਡਿਮਾਂਡਾਂ ਰੱਖੀਆਂ ਕੀਤੀਆਂ। ਮਹਾਰਾਜ ਕਹਿੰਦੇ ਨੇ ਨਹੀਂ, ਇਹ ਜੀਵਨ ਨਹੀਂ ਹੈ। ਖਾਣੇ ਤੇ ਦੋ ਪ੍ਰਸ਼ਾਦੇ ਹੀ ਨੇ। ਹਜ਼ੂਰ ਕਹਿੰਦੇ ਨੇ ਕਦੇ ਇਹ ਅਰਦਾਸ ਕਰਿਆ ਕਰ ਆ ਕਰਕੇ, ਇਹਦੇ ਵੱਲੋਂ ਮੈਂ ਬਚ ਜਾਵਾਂ। ਇਹ ਜਿਹੜੇ ਇਹ ਮਾਰਾਂ ਜਿਹੜੀਆਂ ਨੇ, ਵਾਸ਼ਨਾ ਦੀਆਂ ਮਾਰਾਂ ਜਿਹੜੀਆਂ ਨੇ, ਇਹ ਤ੍ਰਿਸ਼ਨਾ ਦੀ ਮਾਰ, ਲੋਭ ਦੀ ਮਾਰ ਜਿਹੜੀ ਹੈ, ਜਿਉਂ ਕੂਕਰ ਹਰਕਾਇਆ ਧਾਵੇ, ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੇ, ਭਖ ਅਭਖ ਸਭ ਖਾਏ। ਇਹਦੇ ਵੱਲੋਂ ਬਚ ਜਾਵਾਂ, ਭਖ ਅਭਖ ਵੱਲੋਂ ਬਚ ਜਾਵਾਂ।
पंच बिखादी एक गरीबा राखो राखन हारे। गरीब एक है, मारन वाले पंज ने महाराज, रख लो मैनू, किरपा करो। ते साहब कहते ने कि अपने बालक आप रखियन पार ब्रह्म गुरदेव। वो किरपा करता है, वो अपने बालकां दी रखिया करदा, ਜਿਹੜੇ ਉਹਦੇ ਬੱਚੇ ਬਣਦੇ ਨੇ, ਜਿਹੜੇ ਉਹਦੀ ਸ਼ਰਨ ਵਿੱਚ ਆਉਂਦੇ ਨੇ, ਜਿਹੜੇ ਉਹਦਾ ਆਤਮਿਕ ਜੀਵਨ ਜਿਹੜਾ ਹੈ ਉਹ ਜਿਉਣ ਲੱਗ ਪੈਂਦੇ ਨੇ, ਗੁਰਸ਼ਬਦ ਅਨੁਸਾਰ ਆਪਣਾ ਜੀਵਨ ਬਣਾਉਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਦੀ ਰੱਖਿਆ ਕਰਦਾ ਹੈ, ਇਹਨਾਂ ਵਿਸ਼ਿਆਂ ਵਿਕਾਰਾਂ ਤੋਂ, ਇਹਨਾਂ ਮਾਰਾਂ ਤੋਂ, ਇਸ ਤ੍ਰਿਸ਼ਨਾ ਤੋਂ ਬਚਾ ਲੈਂਦਾ ਹੈ। ਹਜ਼ੂਰ ਕਹਿੰਦੇ ਨੇ ਜਿਸ ਰਾਖੇ ਰਾਮ ਰਾਖੇ ਆਪ ਰਾਮ ਦਿਆਰਾ। ਜਿਹਨੂੰ ਆਪ ਵਾਹਿਗੁਰੂ ਰੱਖਦਾ ਹੈ ਉਹ ਤ੍ਰਿਸ਼ਨਾ ਤੋਂ ਬਚ ਜਾਂਦਾ ਹੈ, ਉਹਦਾ ਜੀਵਨ ਬਚ ਜਾਂਦਾ ਹੈ। ਤਿਸ ਨਹੀਂ ਦੂਜਾ ਕੋ ਪਹੁੰਚਨ ਹਾਰਾ। ਉਹਦਾ ਜੀਵਨ ਇੰਨਾ ਉੱਚਾ ਬਣ ਜਾਂਦਾ ਹੈ, ਉਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਪਹੁੰਚਨ ਹਾਰਾ ਦਾ ਮਤਲਬ ਉਹਦੇ ਤੱਕ ਕੋਈ ਨਹੀਂ ਪਹੁੰਚ ਸਕਦਾ, ਉਹਦਾ ਕੰਪੀਟੀਟਰ ਕੋਈ ਨਹੀਂ ਹੈ, ਉਹਦੇ ਬਰਾਬਰ ਨਹੀਂ ਕੋਈ ਹੋ ਸਕਦਾ। ਜਿੱਦੀ ਰੱਖਿਆ ਤ੍ਰਿਸ਼ਨਾ ਤੇ ਵਿਸ਼ਿਆਂ ਵਿਕਾਰਾਂ ਤੋਂ ਗੁਰੂ ਆਪ ਕਰੇ ਨਾ, ਦੁਨੀਆ ਦਾ ਕੋਈ ਤ੍ਰਿਸ਼ਾਲੂ ਜਾਂ ਵਿਸ਼ਈ ਜਾਂ ਵਿਕਾਰੀ ਬੰਦਾ ਉਹਦੀ ਬਰਾਬਰੀ ਕਰ ਸਕੇ, ਨਹੀਂ ਬਰਾਬਰੀ ਕਰ ਸਕਦਾ। ਮਹਾਰਾਜ ਕਹਿੰਦੇ ਨੇ ਕਿਉਂ ਭ੍ਰਮੀਐ ਭ੍ਰਮ ਕਿਸ ਕਾ ਹੋਈ, ਜਾਂ ਜਲ ਥਲ ਮਹੀਲ ਰਵਿਆ ਸੋਈ। ਹਜ਼ੂਰ ਕਹਿੰਦੇ ਨੇ ਜਦੋਂ, ਜਾਂ ਸ਼ਬਦ ਦਾ ਮਤਲਬ ਹੈ ਜਦੋਂ, ਜਲ ਥਲ, ਜਲ ਦੇ ਲੱਲੇ ਨੂੰ ਸਿਆਰੀ, ਥਲ ਦੇ ਲੱਲੇ ਨੂੰ ਸਿਆਰੀ ਹੈ, ਮਹੀਲ ਆਕਾਸ਼, ਧਰਤੀ ਪਾਣੀ ਆਕਾਸ਼, ਤਿੰਨਾਂ ਥਾਵਾਂ ਦੇ ਉੱਪਰ ਜਦੋਂ ਉਹ ਵਿਆਪਕ ਹੈ, ਉਹ ਪਰਮਾਤਮਾ ਸਾਰੀਆਂ ਥਾਵਾਂ ਦੇ ਵਿੱਚ ਇਹ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਨਾਨਕ ਇੱਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾਰ। ਜਦੋਂ ਸਾਰੇ ਪਾਸੇ ਉਹੀ ਹੈ, ਫਿਰ ਮਹਾਰਾਜ ਕਹਿੰਦੇ ਨੇ ਕਿਉਂ ਭ੍ਰਮੀਐ। ਫਿਰ ਭਰਮ ਕਿਸ ਗੱਲ ਦਾ ਹੈ, ਫਿਰ ਭਰਮ ਦੇ ਵਿੱਚ ਪੈਣ ਦੀ ਕੋਈ ਲੋੜ ਹੀ ਨਹੀਂ ਹੈ ਜਦੋਂ ਸਾਰੇ ਪਾਸੇ ਉਹ ਵਿਆਪਕ ਹੈ। ਅਸੀਂ ਆਖੀਏ ਵੀ ਕਿਸੇ ਖਾਸ ਥਾਂ ਦੇ ਵਿੱਚ ਹੈ, ਕਿਸੇ ਖਾਸ ਜਗ੍ਹਾ ਦੇ ਉੱਪਰ ਜਾਣਾ ਹੈ ਤੇ ਸਾਨੂੰ ਉਹ ਰੱਬ, ਉਹ ਪਰਮਾਤਮਾ ਮਿਲੇਗਾ। ਕਿਸ ਗੱਲ ਦਾ ਭਰਮ ਹੈ ਜਦੋਂ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ। ਜਿੱਥੇ ਮਰਜ਼ੀ ਚਲੇ ਜਾਓ, ਉਹ ਵਾਹਿਗੁਰੂ ਹਰ ਇੱਕ ਸਰੀਰ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੇ ਉਪਕਾਰ, ਹਰ ਥਾਂ ਦੇ ਉੱਪਰ ਹੈ। ਤੇ ਇਹ ਭਰਮ ਜਿਹੜਾ ਹੈ ਸਾਨੂੰ ਆਪਣੇ ਅੰਦਰੋਂ ਕੱਢ ਦੇਣਾ ਚਾਹੀਦਾ ਹੈ ਕਿ ਉਹ ਕਿਸੇ ਖਾਸ ਜਗ੍ਹਾ ਦੇ ਉੱਪਰ ਹੈ, ਕੋਈ ਖਾਸ ਉਹਦੀ ਥਾਂ ਹੈ, ਨਹੀਂ, ਸਾਰੀਆਂ ਹੀ ਥਾਵਾਂ ਨੇ। ਕਬੀਰ ਸਾਹਿਬ ਕਹਿੰਦੇ ਨੇ ਜੇ ਮੰਨ ਲਈਏ ਪੱਛਮ ਅੱਲਾ ਦਾ ਹੈ ਤੇ ਦੱਖਣ ਹਰੀ ਦਾ ਹੈ, ਤੇ ਭਲਿਓ ਬਾਕੀ ਦਿਸ਼ਾਵਾਂ ਦਾ ਵੀ ਦੱਸ ਦਿਓ ਵੀ ਬਾਕੀ ਜ਼ਮੀਨ ਤੇ ਬਾਕੀ ਧਰਤੀ ਜਿਹੜੀ ਹੈ ਉਹ ਕਿਹਦੀ ਹੈ, ਉੱਥੇ ਕੌਣ ਵਸਦਾ ਹੈ। ਗੁਰਮੁਖ ਉੱਭਰੇ ਮਨਮੁਖ ਪਤ ਖੋਈ। ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ ਤੇ ਆਤਮਿਕ ਜੀਵਨ ਜਿਉਂਦਾ ਹੈ, ਵਾਹਿਗੁਰੂ ਦੀ ਸ਼ਰਨ ਪੈਂਦਾ ਹੈ ਜੋ ਸਾਰਿਆਂ ਵਿੱਚ ਵਿਆਪਕ ਤੇ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਉਹ ਗੁਰੂ ਦੀ ਸ਼ਰਨ ਪੈ ਕਰਕੇ ਉੱਭਰੇ ਦਾ ਮਤਲਬ ਹੈ ਤ੍ਰਿਸ਼ਨਾ ਜਾਂ ਵਿਸ਼ਿਆਂ ਵਿਕਾਰਾਂ ਤੋਂ ਬਚ ਜਾਂਦਾ ਹੈ, ਉੱਭਰ ਜਾਂਦਾ ਹੈ, ਉਹਨਾਂ ਦੇ ਵਹਿਣ ਦੇ ਵਿੱਚ ਵਹਿੰਦਾ ਨਹੀਂ ਹੈ। ਲੇਕਿਨ ਜਿਹੜਾ ਬੰਦਾ ਵਿਕਾਰਾਂ ਦੇ ਢਏ ਚੜ ਜਾਂਦਾ ਹੈ, ਮਨ ਦਾ ਮੁਰੀਦ ਬਣ ਜਾਂਦਾ ਹੈ, ਮਨ ਮੁਖ ਪਤ ਖੋਈ, ਮਨਮੁਖ ਆਪਣੀ ਪਤ ਗਵਾ ਲੈਂਦਾ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ। ਸਭ ਮਹਿ ਵਰਤੈ ਏਕ ਅਨੰਤਾ। ਜਦੋਂ ਉਹ ਮਾਲਕ ਸਾਰਿਆਂ ਦੇ ਵਿੱਚ ਉਹ ਇੱਕੋ ਹੀ ਅਨੰਤ ਪਰਮਾਤਮਾ ਵਰਤ ਰਿਹਾ ਹੈ, ਸਭ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹਦੇ ਚਾਨਣ ਨਾਲ, ਪ੍ਰਕਾਸ਼ ਨਾਲ ਹੀ ਤੇ ਸਾਰਿਆਂ ਵਿੱਚ ਪ੍ਰਕਾਸ਼ ਹੈ। ਉਹਦੀ ਹੋਂਦ ਦੇ ਨਾਲ ਹੀ ਤੇ ਸਭ ਸੰਸਾਰ ਦੀ ਹੋਂਦ ਹੈ। ਜੇ ਉਹ ਨਹੀਂ ਹੈ ਤੇ ਕੁਝ ਵੀ ਨਹੀਂ ਹੈ। ਮਹਾਰਾਜ ਕਹਿੰਦੇ ਨੇ ਜੇ ਤੂੰ ਇਹ ਸਮਝਦਾ ਹੈ ਨਾ ਤਾਂ ਤੂੰ ਸੁਖ ਸੋ ਹੋਏ ਅਚਿੰਤਾ। ਫਿਰ ਤੂੰ ਅਚਿੰਤ ਹੋ ਜਾ, ਚਿੰਤਾ ਛੱਡ ਕੇ ਆਰਾਮ ਦੇ ਨਾਲ ਸੌਂ, ਤਾਂ ਤੂੰ ਸੁਖ ਸੋ। ਸੋ ਦਾ ਮਤਲਬ ਸੋਣਾ, ਭਾਵ ਇਹ ਹੈ ਕਿ ਫਿਰ ਤੂੰ ਚਿੰਤਾ ਨਾ ਕਰ। ਇੱਥੇ ਇਹ ਨਾ ਮਤਲਬ ਵੀ ਕੋਈ ਹੁਣ ਰਜਾਈ ਲੈ ਕੇ ਜਾਂ ਏਸੀ ਲਾ ਕੇ ਤੇ ਜਾ ਕੇ ਸੌਂ ਜਾਵੇ ਵੀ ਬਸ ਗੱਲ ਖਤਮ ਹੈ ਹੁਣ।
नहीं, इत्थे महाराज ये कहते ने भी तू किसी गल की चिंता ना कर, जेड़ी चिंता परमात्मा नूं है, जो वो करन वाला है उन्हें करना है, तू इस चिंता च ना पै। ओह सब किछ जाने जो वरतंता, जो सारिਆਂ ਦੇ ਵਿੱਚ ਵਰਤ ਰਿਹਾ ਹੈ ਤੇ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ, ਉਹ ਹੀ ਕਰਨ ਵਾਲਾ ਹੈ। ਉਹ ਵਰਤਣ ਵਾਲਾ ਤੇ ਕਰਨ ਕਰਾਉਣ ਵਾਲਾ ਸਭ ਕੁਝ ਜਾਣਦਾ ਹੈ, ਤੂੰ ਇਸ ਗੱਲ ਦੀ ਚਿੰਤਾ ਨਾ ਕਰ। ਮਨਮੁਖ ਮੂਏ ਜਿਨ ਦੂਜੀ ਪਿਆਸਾ, ਮਨਮੁਖ ਆਤਮਿਕ ਮੌਤੇ ਮਰਦੇ ਨੇ ਜਿਨ੍ਹਾਂ ਦੇ ਅੰਦਰ ਦੂਜੀ ਪਿਆਸਾ ਦਾ ਮਤਲਬ ਹੈ ਮਾਇਆ ਦੀ ਤ੍ਰਿਸ਼ਨਾ ਹੈ, ਪਿਆਸ ਹੈ ਜਿਨ੍ਹਾਂ ਦੇ ਅੰਦਰ ਹਰ ਵੇਲੇ ਵਿਹੜੇ ਰਹਿੰਦੇ ਨੇ ਜਿਹੜੇ ਮਾਇਆ ਦੇ। ਬਹੁ ਜੋਨੀ ਭਵੈ ਧੁਰ ਕਿਰਤ ਲਿਖਿਆਸਾ, ਧੁਰ ਤੋਂ ਲਿਖੇ ਲੇਖਾਂ ਅਨੁਸਾਰ ਉਹ ਮਾਇਆ ਦੇ ਵਿੱਚ ਭਟਕਦੇ ਹੋਏ ਅਨੇਕਾਂ ਜਨਮਾਂ ਦੇ ਵਿੱਚ ਪੈਂਦੇ ਹਨ, ਜੂਨਾਂ ਦੇ ਵਿੱਚ ਪੈਂਦੇ ਹਨ। ਜੈਸਾ ਬੀਜੇ ਤੈਸਾ ਖਾਸਾ, ਹੁਣ ਉਹ ਜਿਹੋ ਜਿਹਾ ਬੀਜਣਗੇ, ਜਿੱਦਾਂ ਦੀ ਫਸਲ ਉਹਨਾਂ ਨੇ ਬੀਜਣੀ ਉੱਦਾਂ ਦੀ ਵੱਢਣੀ ਹੈ, ਉਹੀ ਉਖਾਣਗੇ ਜੋ ਬੀਜਿਆ ਹੈ। ਜਿੱਦਾਂ ਦੇ ਕਰਮ ਕਰਨਗੇ ਉੱਦਾਂ ਦਾ ਹੀ ਉਹਨਾਂ ਨੂੰ ਫਲ ਮਿਲਣਾ ਹੈ। ਦੇਖ ਦਰਸ਼ ਮਨ ਭਇਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ। ਮਹਾਰਾਜ ਕਹਿੰਦੇ ਨੇ ਜਦੋਂ ਆਤਮਿਕ ਜੀਵਨ ਦੀ ਸੋਝੀ ਆਉਂਦੀ ਹੈ ਤੇ ਮਨ ਦੇ ਵਿੱਚ ਵਿਗਾਸ ਖੇੜਾ ਆ ਜਾਂਦਾ ਹੈ। ਵਾਹਿਗੁਰੂ ਦੇ ਦਰਸ਼ਨ, ਵਾਹਿਗੁਰੂ ਦੇ ਆਤਮਿਕ ਜੀਵਨ ਦੀ ਸੋਝੀ ਗਿਆਨ ਜਦੋਂ ਪ੍ਰਾਪਤ ਹੁੰਦਾ ਹੈ ਤਾਂ ਫਿਰ ਵਿਗਾਸ ਖੇੜਾ ਆ ਜਾਂਦਾ ਹੈ। ਸਭ ਨਦਰੀ ਆਇਆ ਬ੍ਰਹਮ ਪ੍ਰਕਾਸ਼ਾ, ਤੇ ਫਿਰ ਸਭ ਥਾਵਾਂ ਤੇ ਉਹ ਬ੍ਰਹਮ ਦਾ ਹੀ ਪ੍ਰਕਾਸ਼ ਜਿਹੜਾ ਹੈ ਉਹਦਾ ਹੀ ਚਾਨਣ ਦਿਸਦਾ ਹੈ। ਜਨ ਨਾਨਕ ਕੀ ਹਰ ਪੂਰਨ ਆਸਾ, ਪਾਤਸ਼ਾਹ ਕਹਿੰਦੇ ਨੇ ਫਿਰ ਵਾਹਿਗੁਰੂ ਸੇਵਕ ਦੀ ਅਰਦਾਸ ਜਿਹੜੀ ਹੈ, ਆਸਾ ਜਿਹੜੀ ਹੈ ਉਹ ਪੂਰੀ ਕਰ ਦਿੰਦਾ ਹੈ। ਦਾਸ ਨਾਨਕ ਦੀ ਮਹਾਰਾਜ ਆਖਦੇ ਹਨ ਕਿ ਮੇਰੀ ਤਮੰਨਾ, ਮੇਰੀ ਆਸਾ ਜਿਹੜੀ ਸੀ ਉਹ ਪੂਰੀ ਹੋ ਗਈ, ਗੁਰੂ ਨੇ ਪੂਰੀ ਕਰ ਦਿੱਤੀ। ਆਪਣੇ ਆਤਮਿਕ ਗਿਆਨ ਦੀ ਸੋਝੀ ਬਖਸ਼ਿਸ਼ ਕਰਕੇ ਮੈਨੂੰ ਸੁਚੇਤ ਕਰ ਦਿੱਤਾ, ਵਿਸ਼ਿਆਂ ਵਿਕਾਰਾਂ ਦੇ ਵੱਲੋਂ ਚੇਤਨ ਕਰ ਦਿੱਤਾ। ਹੁਣ ਗੁਰੂ ਦੀ ਕਿਰਪਾ ਦੇ ਨਾਲ ਮੈਂ ਨਿਸੱਲ ਹੋ ਕੇ, ਨਿਸ਼ੰਗ ਹੋ ਕੇ, ਅਚਿੰਤ ਹੋ ਕਰਕੇ ਉਹਦੀ ਸਿਫਤ ਸਲਾਹ ਦੇ ਵਿੱਚ, ਉਹਦੀ ਵਡਿਆਈ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹਾਂ। ਇਸ ਸਾਰੇ ਸ਼ਬਦ ਦਾ ਮਤਲਬ ਜਿਹੜਾ ਹੈ ਉਹ ਇਹੀ ਹੈ ਕਿ ਅਸੀਂ ਉਹਦੇ ਅੱਗੇ ਅਰਦਾਸ ਕਰਨੀ ਹੈ, ਗੁਰੂ ਦੀ ਸਿੱਖਿਆ ਆਤਮਿਕ ਜੀਵਨ ਦੀ ਸੋਝੀ ਆਪਣੇ ਜੀਵਨ ਵਿੱਚ ਧਾਰਨ ਕਰਨੀ ਹੈ। ਜੇ ਅਸੀਂ ਆਤਮਿਕ ਜੀਵਨ ਬਚਾਉਣਾ ਚਾਹੁੰਦੇ ਹਾਂ, ਇਹ ਆਤਮਿਕ ਜੀਵਨ ਨੂੰ ਬਚਾਉਣਾ ਵਾਹਿਗੁਰੂ ਨੇ ਹੀ ਹੈ। ਜਿਸ ਰਾਖੇ ਆਪ ਰਾਮ ਦਿਆਰਾ, ਉਹਨੇ ਰੱਖਿਆ ਕਰਨੀ ਹੈ, ਜਿਹੜਾ ਇਸ ਦਾ ਮਾਲਕ, ਜਿਹੜਾ ਇਹਨੂੰ ਦੇਣ ਵਾਲਾ ਹੈ। ਸਹਿਬ ਕਿਰਪਾ ਕਰਨ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਸਾਰੀਆਂ ਸੰਗਤਾਂ ਤੇ ਸਹਿਬ ਆਪਣਾ ਮਿਹਰ ਭਰਿਆ ਹੱਥ ਰੱਖਣ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਕਰੀਏ, ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।